पहली FIR जिहदे जज साहब ने बाय नेम आख्या सी कि मनजिंदर सिंह सिरसा अक्यूज नंबर 2 के खिलाफ FIR हो गई और ये दूसरी हो गई। मैं पूछना चाहना सिरसा साहब अज तुसीं इस्तीफा क्यों नहीं दे रहे? जी हाँ, दिल्ली सिख गुरुद्वारा प्रबंधक कमेटी ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਾਨੂੰਨੀ ਪਚੜੇ ਵਿੱਚ ਫਸ ਗਏ ਨੇ। ਧੋਖਾਦੇਹੀ ਤੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਹੇਠ ਮਨਜਿੰਦਰ ਸਿੰਘ ਸਿਰਸਾ ਖਿਲਾਫ ਦਿੱਲੀ ਪੁਲਿਸ ਨੇ FIR ਦਰਜ ਕੀਤੀ ਹੈ। दरअसल श्रोमणी अकाली दल दिल्ली के PRO भूपिंदर सिंह मान ने सिरसा खिलाफ पुलिस को शिकायत की है। भूपिंदर सिंह मान ने दोष लगाया है कि 2015-16 ਵਿੱਚ दिल्ली कमेटी ਵੱਲੋਂ ਸਮਾਨ ਦੀ ਖਰੀਦੋ ਫਰੋਖਤ ਦੌਰਾਨ दिल्ली कमेटी ਦੇ ਫੰਡਾਂ ਵਿੱਚ ਕਾਲਾ ਮਾਲਾ ਹੋਇਆ, ਕਿਉਂਕਿ ਉਸ ਵੇਲੇ ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰੂਦੁਆਰਾ ਕਮੇਟੀ ਦੇ ਜਨਰਲ ਸਕੱਤਰ ਸਨ ਤੇ ਸਾਰਾ ਹਿਸਾਬ ਕਿਤਾਬ ਉਸ ਦੇ ਕੋਲ ਸੀ। ਇਹ ਮਾਰਚ 2019 ਦੇ ਵਿੱਚ ਨਾਰਥ ਐਵਨਿਊ ਥਾਣਾ ਹੈ, ਉਹਦੇ ਵਿੱਚ ਇਹ ਲਿਖਾਈ ਗਈ ਸੀ, ਜਿਹਦੇ ਵਿੱਚ ਬਹੁਤ ਵੱਡਾ ਕਪਲਾ ਸੀ, ਸਰਿਤਾ ਵਿਹਾਰ ਦੀ ਫਰਮ ਦਿਖਾਈ ਗਈ ਸੀ ਜਿਹੜੇ ਕਿ ਉੱਥੇ ਹੈ ਨਹੀਂ ਸੀ, ਤੇ ਉਹਦੇ ਵਿੱਚੋਂ ਸਾਰੇ ਚੈੱਕ ਪਾਸ ਹੋ ਗਏ ਸੀ ਟੈਂਟਾਂ ਦੇ, ਤਰਪਾਲਾਂ ਦੇ, ਅੰਬਿਕਾ ਔਰ ਵਾਣੀ ਟ੍ਰੇਡਿੰਗ ਕੰਪਨੀ, ਦੋ ਕੰਪਨੀਆਂ ਸੀ ਜਿਨ੍ਹਾਂ ਦਾ ਉੱਥੇ ਦਫ਼ਤਰ ਦਿਖਾਇਆ ਗਿਆ ਸੀ ਤੇ ਆਫਿਸ ਦਿਖਾਇਆ ਗਿਆ ਸੀ, ਤੇ ਉੱਥੇ ਨਾ ਤੇ ਆਫਿਸ ਸੀ ਨਾ ਕੁਝ ਸੀ, ਤੇ ਔਰ ਮੋٹے ਬਿੱਲ ਜਿਹੜੇ ਕੱਟੇ ਗਏ ਸੀ ਟੈਂਟਾਂ ਦੇ, ਤਰਪਾਲਾਂ ਦੇ, ਜਿਹੜੇ ਸਾਊਥ ਇੰਡੀਆ ਦੇ ਵਿੱਚ ਬਾਹਰ ਦੇ ਆਉਣ 'ਤੇ ਦਿਖਾਏ ਗਏ ਸੀ, ਪਰ ਉੱਥੇ ਤਾਂ ਕੁਛ ਨਹੀਂ ਨਿਕਲਿਆ, ਪਰ ਬਿੱਲ ਸਾਰੇ ਕਲੀਅਰ ਹੋ ਗਏ, ਉਹਦੇ 'ਤੇ GST ਵੀ ਕਲੀਅਰ ਹੋ ਗਈ। ਹਾਊ ਇਟ ਇਜ਼ ਪੋਸੀਬਲ? ਇਹ ਬਹੁਤ ਵੱਡਾ ਗੁਨਾਹ ਹੋਇਆ ਜਿਨ੍ਹਾਂ ਨੇ ਵੀ ਕੀਤਾ, ਚਾਹੇ ਕੋਈ ਵੀ ਹੋਵੇ, ਪਰ ਇਹ ਬਿੱਲ ਕਿਸ ਤਰ੍ਹਾਂ ਪਾਸ ਹੋ ਗਏ? ਮਾਲ ਉੱਥੇ ਪਹੁੰਚਿਆ ਨਹੀਂ, ਤੁਸੀਂ ਫਰਜ਼ੀ ਬਿੱਲ 'ਤੇ ਹੀ ਪਾਸ ਕਰਕੇ ਆਪਣੀ ਸ਼ਾਸਤਾ ਚਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਜੋ ਵੀ ਹੋਣ, ਤੇ ਇਹ ਬਹੁਤ ਵੱਡਾ ਗੁਨਾਹ ਹੋਇਆ, ਉਹਦੇ ਅਗੇਂਸਟ 'ਤੇ ਜੀ FIR ਦਰਜ ਹੋਈ ਹੈ ਇਹ ਇਕਨੋਮਿਕਸ ਵਿੰਗ ਦੇ ਵਿੱਚ। FIR ਦਰਜ ਹੋਣ ਤੋਂ ਬਾਅਦ ਸਿਰਸਾ ਤੇ ਵਿਰੋਧੀਆਂ ਦੇ ਹਮਲੇ ਵੀ ਤੇਜ਼ ਹੋ ਗਏ ਨੇ। ਕਿਸੇ ਵੇਲੇ ਮਨਜਿੰਦਰ ਸਿੰਘ ਸਿਰਸਾ ਦੇ ਸਾਥੀ ਤੇ ਸੀਨੀਅਰ ਰਹੇ ਮਨਜੀਤ ਸਿੰਘ ਜੀਕੇ ਨੇ ਜਿੱਥੇ ਸਿਰਸਾ ਤੋਂ ਅਸਤੀਫਾ ਮੰਗਿਆ ਹੈ, ਉੱਥੇ ਸਿਰਸਾ ਦੇ ਪੁਸ਼ਤਪਨਾਹੀ ਕਰਨ ਵਾਲੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਉੱਤੇ ਵੀ ਨਿਸ਼ਾਨੇ ਵੀ ਨੇ। ਮਨਜਿੰਦਰ ਸਿੰਘ ਸਿਰਸਾ ਦੇ ਉੱਤੇ EOW ਨੇ FIR ਦਰਜ ਕੀਤੀ ਹੈ ਔਰ ਇਹ ਦੂਜੀ FIR ਹੈ ਮਹੀਨੇ ਦੇ ਅੰਦਰ। ਪਹਿਲੀ FIR ਜਿਹਦੇ ਜੱਜ ਸਾਹਿਬ ਨੇ ਬਾਈ ਨੇਮ ਆਖਿਆ ਸੀ ਕਿ ਮਨਜਿੰਦਰ ਸਿੰਘ ਸਿਰਸਾ ਅਕਿਊਜ਼ ਨੰਬਰ 2 ਦੇ ਖਿਲਾਫ FIR ਹੋਵੇ ਔਰ ਇਹ ਦੂਸਰੀ ਹੋ ਗਈ। ਮੈਂ ਪੁੱਛਣਾ ਚਾਹੁੰਦਾ ਸਿਰਸਾ ਸਾਹਿਬ ਅੱਜ ਤੁਸੀਂ ਇਸਤੀਫਾ ਕਿਉਂ ਨਹੀਂ ਦੇ ਰਹੇ? ਮੇਰੇ ਤੇ ਸਿਰਫ ਕੰਪਲੇਂਟ ਹੋਈ ਸੀ ਔਰ ਮੈਂ ਇਸਤੀਫਾ ਦੇ ਦਿੱਤਾ ਸੀਗਾ। FIR ਤੇ ਬਾਅਦ 'ਚ ਹੋਈ ਹੈ। ਮੈਂ ਇਸ ਕਰਕੇ ਇਸਤੀਫਾ ਦਿੱਤਾ ਕਿ ਫੇਅਰ ਐਂਡ ਫਾਈਨ ਇਲੈਕਸ਼ਨ ਜਿਹੜੀ ਇਹ ਇਨਕੁਆਇਰੀ ਹੋਣੀ ਚਾਹੀਦੀ ਹੈ, ਗੁਰੂ ਦੇ ਗੋਲਕ ਦਾ ਕੰਮ ਹੈ। ਤੁਸੀਂ ਅੱਜ ਵੀ ਚਿਪਕ ਕੇ ਬੈਠੇ ਹੋ। ਮੇਰਾ ਸਵਾਲ ਹੈ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਤੋਂ ਕਿ ਸਰਸੇ ਨਾਲ ਕਿਹੜੇ ਕਾਲੇ ਧੰਦੇ ਤੁਹਾਡੇ ਰਲੇ ਹੋਏ ਨੇ ਕਿ ਤੁਸੀਂ ਉਸ ਨੂੰ ਨਹੀਂ ਕੱਢਦੇ ਪਏ। ਮੈਂ ਸਮਝਦਾ ਕਿ ਇੱਕ ਦੂਜੇ ਦੇ ਰਾਜ਼ ਤੁਹਾਡੇ ਕੋਲ ਨੇ। ਸਰਸਾ ਸਾਹਿਬ ਆਖਦੇ ਨੇ ਕਿ ਕਿਸਾਨਾਂ ਦੇ ਕਰਕੇ ਜਿਹੜਾ ਮੈਂ ਮੋਰਚਾ ਲਾਇਆ ਹੈ, ਤੁਹਾਨੂੰ ਕਿਸਾਨਾਂ ਦੀ ਸਟੇਜ ਤੇ ਚੜ੍ਹਨ ਕੌਣ ਦੇ ਰਿਹਾ? ਤੁਸੀਂ ਹੈ ਕਿੱਥੇ ਹੋ? ਜੇ ਕਿਸਾਨਾਂ ਦੀ ਮਦਦ ਤੁਸੀਂ ਕਰ ਰਹੇ ਹੋ, ਉੱਦਾਂ ਅਸੀਂ ਵੀ ਕਰ ਰਹੇ ਹਾਂ। ਕਿਸਾਨਾਂ ਨੂੰ ਜੇ ਲੰਗਰ ਜਾ ਰਿਹਾ, ਗੁਰੂ ਨਾਨਕ ਦੇ ਘਰ ਦਾ ਲੰਗਰ ਜਾ ਰਿਹਾ, ਤੁਹਾਡੇ ਪਿਤਾ ਦਾ, ਤੁਹਾਡੀ ਫੈਮਿਲੀ ਦਾ ਲੰਗਰ ਨਹੀਂ ਜਾ ਰਿਹਾ ਜਿਹੜੀ ਤੁਹਾਡੇ ਉੱਤੇ ਕੋਈ ਐਕਸ਼ਨ ਹੋ ਰਿਹਾ। ਤੁਹਾਡੇ ਤੇ ਐਕਸ਼ਨ ਹੋ ਰਿਹਾ ਤੁਹਾਡੀ ਚੋਰੀ ਚਕਾਰੀਆਂ ਜਿਹੜੀਆਂ ਤੁਸੀਂ ਕੀਤੀਆਂ ਨੇ, ਜਿਹੜੀਆਂ ਇਲੈਕਸ਼ਨਾਂ ਗੁਰੂ ਦੀ ਗੋਲਕ 'ਚ ਤੁਸੀਂ ਲੜੀਆਂ ਨੇ, ਉਹਦੀਆਂ ਤੁਹਾਡੇ ਤੇ FIR ਹੋ ਰਹੀਆਂ ਨੇ। ਮੈਂ ਸਮਝਦਾ ਤੁਸੀਂ ਆਖਦੇ ਹੋ ਕਿ ਇਹ ਤੇ ਮਨਜੀਤ ਸਿੰਘ ਦੇ ਉੱਤੇ ਹੋਣੀ ਚਾਹੀਦੀ ਸੀ FIR। ਐਡਮਿਨਿਸਟ੍ਰੇਸ਼ਨ ਗੁਰਦੁਆਰਾ ਐਕਟ 1971 ਦਿੱਲੀ ਸਿੱਖ ਗੁਰਦੁਆਰਾ ਐਕਟ 1971 ਕਹਿੰਦਾ ਹੈ ਐਡਮਿਨਿਸਟ੍ਰੇਸ਼ਨ, ਜਨਰਲ ਸੈਕਟਰੀ ਦੀ ਪਾਵਰ ਕੀ ਹੈ? ਐਡਮਿਨਿਸਟ੍ਰੇਸ਼ਨ ਉਹਦੇ ਕੋਲ ਹੈ, ਫਾਈਨਾਂਸ ਉਹਦੇ ਕੋਲ ਹੈ, ਅਕਾਊਂਟਸ ਉਹਦੇ ਕੋਲ ਹੈ, ਐਸਟੇਟ ਜਿਹੜੀ ਪ੍ਰਾਪਰਟੀ ਹੈ ਉਹ ਸਾਰੀ ਉਹਦੇ ਕੋਲ ਹੈ, ਰਿਕਾਰਡ ਜਿੰਨੇ ਡਾਕੂਮੈਂਟਸ ਨੇ ਉਹਦੇ ਕੋਲ ਨੇ। ਤੁਸੀਂ ਆਪ ਹੀ ਚੋਰੀਆਂ ਕਰਕੇ ਬਿੱਲ ਫਾੜ ਕੇ ਸੁੱਟ ਦਿੱਤੇ, ਨਕਲੀ ਕਾਗਜ਼ ਲਾ ਕੇ ਤੁਸੀਂ ਮੇਰੇ ਤੇ FIR ਕਰਾਈਆਂ, ਕਿਉਂਕਿ ਤੁਹਾਡੇ ਪਰਿਵਾਰਕ ਕੰਮ ਹੈਗਾ ਕਿ ਤੁਸੀਂ ਨਕਲੀ ਕਾਗਜ਼ ਬਣਾ ਕੇ ਕਰੋੜਾਂ ਰੁਪਏ ਦੀ ਪ੍ਰਾਪਰਟੀਆਂ ਲੋਕਾਂ ਦੀਆਂ ਥਿਆਈਆਂ। ਤੁਸੀਂ ਨਹੀਂ, ਤੁਹਾਡੇ ਬਜ਼ੁਰਗਾਂ ਨੇ ਵੀ ਇਹੀ ਕੰਮ ਕੀਤਾ, ਉਹ ਵੀ ਸਜ਼ਾ ਯਾਫਤਾ ਨੇ। ਮੈਂ ਸਮਝਦਾ ਵਾਂ ਕਿ ਹੁਣ ਤੁਹਾਨੂੰ ਜਵਾਬ ਦੇਣਾ ਪਏਗਾ ਇਹਨਾਂ ਸਾਰੀਆਂ ਗੱਲਾਂ ਦਾ। ਜੋ ਤੁਸੀਂ ਕੰਡੇ ਬੀਜੇ ਸੀ ਨਾ ਦੂਜਿਆਂ ਵਾਸਤੇ, ਅੱਜ ਤੁਹਾਡੇ ਆਪਣੇ ਸਾਹਮਣੇ ਆ ਰਹੇ ਨੇ। ਆਉਣ ਵਾਲਾ ਸਮਾਂ ਦੱਸੇਗਾ ਤੁਹਾਡੀ ਇਮਾਨਦਾਰੀ ਔਰ ਤੁਸੀਂ ਕਿਵੇਂ ਇੱਕ ਬਰਸਾਤੀ ਤੋਂ ਤੁਸੀਂ ਆਪਣੇ ਆਪ ਨੂੰ ਕਈ ਸੌ ਕਰੋੜ ਦਾ ਮਾਲਕ ਬਣਾਇਆ। ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਨੇ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਮਨਜੀਤ ਸਿੰਘ ਜੀਕੇ ਨੂੰ ਵੀ ਅੜਿੱਕੇ ਲੈਂਦਿਆਂ ਅਕਾਲੀ ਦਲ ਨੂੰ ਸਵਾਲਾਂ ਦੇ ਕਠਹਰੇ ਵਿੱਚ ਲਿਆ ਖੜਾ ਕੀਤਾ ਹੈ। ਸਰਨਾ ਨੇ ਸਪਸ਼ਟ ਕਿਹਾ ਹੈ ਕਿ ਮਨਜੀਤ ਸਿੰਘ ਜੀਕੇ ਵਾਂਗ ਸਿਰਸਾ ਨੂੰ ਵੀ ਹੁਣ ਬਾਦਲ ਪਾਰਟੀ ਚੋਂ ਬਾਹਰ ਕੱਢਣ। 2019 ਦੇ ਵਿੱਚ ਸਾਡੇ ਕੋਲ ਜਿਹੜਾ ਇਹਨਾਂ ਨੇ ਨਕਲੀ ਬਿੱਲ ਖਰੀਦੇ ਮਾਲ ਖਰੀਦਿਆ ਸੀ, ਉਹਦੇ ਬਿੱਲ ਉਹਦੇ ਵੋਚਰ ਆਏ ਸਨ। ਅਸੀਂ ਜਦ ਜਿਹੜੇ ਇਹਨਾਂ ਨੇ ਟੈਂਟ ਖਰੀਦ ਕੇ ਕਹਿੰਦੇ ਨੇ ਅਸੀਂ ਤਾਮਿਲਨਾਡੂ ਭੇਜੇ,
मतलब उरे कोई नहीं सिर्फ तमिलनाडु। अगर हिंदुस्तान की सरहद अगे होंदी तो कहते उत्थे भेजे। जब साढ़े कोलों बिल आए, फोटो कापियाँ आईयां, असीं उन्हां दे बिलों के आधार पर उसकी इंक्वायरी की। जिस सरता विहार तो इन्होंने बिल खरीदे सन उहदे विच ना उस नंबर का कोई मकान, ना दुकान, ना बंदा, ना कुछ लेने देने, कुछ भी नहीं सी। इन्हों असीं कहा भी ये बिल जिहड़ा हैगा मालिक तो उत्थे है दुकान ही कोई नहीं, सानूं दस्सिया जाए। इन्होंने सानूं दस्सिया नहीं। असीं चुक के FIR दर्ज कराती और दर्ज कराने तो बाद पुलिस ने कोई बहुती कार्रवाई नहीं की। असीं 156 कोर्ट चले गए, 4-5 हीयरिंग होईयां। उस तो बाद हुण पुलिस ने जिहड़े देखा भी क्योंकि एक FIR 1 महीना पहले सरसे से दर्ज हुई है, वो 156 के अधीन दर्ज हुई है। कोर्ट ने आर्डर किए, उन्होंने कहा दोबारा ना सानू कोर्ट आर्डर करे, उन्होंने केस दर्ज करता है। ये तो प्राइमा फेसिया के 100% बेईमानी और डकैती की इन्होंने। और ये जोड़े चोर है ना, चोरी का माल वंडण तो बाद जो लड़ते ना, उसको सारिया गल्लां बाहर आईयां। ये आपस ना लड़ते तो सानू की पता लगना सी की है तो की नहीं। मांग सीधी है जी, ऐसे डकैतों का कोई हक नहीं गुरुद्वारा प्रबंधक कमेटी में प्रबंध करने का। बादल ऐसे आदमियों को जिससे वो भरा हुआ है, ऐसे भ्रष्ट आदमी के साथ पार्टी में रखे हमारा कोई लेना देना नहीं। पर बादल दल नहीं, 2 साल पहले मनजीत सिंह को ऊपर FIR दर्ज होने के बाद करप्शन के अगेंस्ट में उसको पार्टी से निकाला था और प्रधानगी से इस्तीफा दिया था। सेम रूल अप्लाई करते हुए दे शुड इमीडिएटली टर्मिनेटेड फ्रॉम द प्रेसिडेंटशिप ऑफ DGMC और इसको पार्टी से निकालें जैसे मनजीत सिंह को निकाला था। उसके बाद फिर ये परतें खिलेंगी और ये गपले निकलेंगे 300-400 करोड़ के। इससे कम के गपले नहीं होंगे। ਦੱਸ ਦਈਏ ਕਿ ਗੁਰੂਦੁਆਰਾ ਕਮੇਟੀ ਦੇ ਫੰਡਾਂ ਵਿੱਚ ਹੇਰ-ਫੇਰ ਹੋਣ ਦੇ ਦੋਸ਼ ਵਿੱਚ ਮਨਜਿੰਦਰ ਸਿੰਘ ਸਿਰਸਾ ਉੱਤੇ ਪਹਿਲਾਂ ਵੀ ਇੱਕ FIR ਦਰਜ ਹੈ। ਦਿੱਲੀ ਤੋਂ ਕਮਲ ਕੁਮਾਰ ਕਾਂਸਲ, ਦਰਸ਼ਨ TV।